हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੀਡੀਆ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਕਿਵੇਂ ਵੱਡੀਆਂ ਕੰਪਨੀਆਂ ਤੇ ਵੱਡੇ ਲੋਕ ਬਹੁਤ ਹੀ ਭਾਰੀ ਮਾਤਰਾ ਵਿੱਚ ਆਪਣਾ ਟੈਕਸ ਬਚਾਉਂਦੇ ਨੇ ਤੇ ਇਹ ਟੈਕਸ ਬਚਾਉਣ ਲਈ ਉਹ ਕੀ ਕੁਝ ਕਰਦੇ ਨੇ, ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਵੇਂ ਕਿ ਕੌਣ ਬਣੇਗਾ ਕਰੋੜਪਤੀ, ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਸੋ ਜੇ ਕੋਈ ਉੱਥੇ 7 ਕਰੋੜ ਦੀ ਰਕਮ ਜਿੱਤ ਜਾਂਦਾ ਹੈ ਤਾਂ ਉਸ ਨੂੰ ਪੂਰੇ 7 ਕਰੋੜ ਨਹੀਂ ਮਿਲਦੇ, ਕਿਉਂਕਿ ਇਨਕਮ ਟੈਕਸ ਐਕਟ ਦੇ ਸੈਕਸ਼ਨ 194B ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਗੇਮ ਜਾਂ ਲੋਟਰੀ ਜਿੱਤਣ ਤੇ ਸਾਨੂੰ 30% ਟੈਕਸ ਦੇਣਾ ਪਵੇਗਾ ਤੇ ਉਸ ਦੇ ਉੱਤੇ 37% ਸਰਚਾਰਜ ਲੱਗੇਗਾ ਤੇ 4% ਸੈਸ ਦੇਣ ਤੋਂ ਬਾਅਦ ਉਸ ਬੰਦੇ ਨੂੰ 7 ਕਰੋੜ ਵਿੱਚੋਂ 4 ਕਰੋੜ 90 ਹਜ਼ਾਰ ਹੀ ਮਿਲਣਗੇ। ਤੇ ਇਹ ਸੈਕਸ਼ਨ 194 ਪੋਕਰ, ਰਮੀ, ਸਾਰੀਆਂ ਆਨਲਾਈਨ ਗੇਮਸ ਤੇ ਲੱਗਦਾ ਹੈ। ਮਤਲਬ ਇਹਨਾਂ ਰਾਹੀਂ ਤੁਸੀਂ 10,000 ਜਾਂ 10,000 ਤੋਂ ਉੱਤੇ ਕਮਾਉਂਦੇ ਹੋ ਤਾਂ ਇਸ ਪੈਸੇ ਤੇ ਤੁਹਾਨੂੰ 30% ਟੈਕਸ ਦੇਣਾ ਹੀ ਪਵੇਗਾ, ਬੇਸ਼ੱਕ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਇਨਕਮ ਹੋਵੇ ਜਾਂ ਨਾ। ਸੋ ਅੱਗੇ ਗੱਲ ਕਰਦੇ ਹਾਂ, ਤੁਸੀਂ ਬਹੁਤ ਸਾਰੇ ਕੈਮਰੇ ਦੇਖੇ ਹੋਣਗੇ ਜੋ 29 ਮਿੰਟ ਤੇ ਜਾ ਕੇ ਆਪਣੀ ਵੀਡੀਓ ਰਿਕਾਰਡਿੰਗ ਬੰਦ ਕਰ ਦਿੰਦੇ ਨੇ ਤੇ ਇਹ ਕੈਮਰੇ 29 ਮਿੰਟ ਦੀ ਰਿਕਾਰਡਿੰਗ ਤੇ ਇਸ ਕਰਕੇ ਬੰਦ ਨਹੀਂ ਹੁੰਦੇ ਕਿ ਉਹ ਗਰਮ ਹੁੰਦੇ ਨੇ ਜਾਂ ਛੋਟੇ ਕੈਮਰੇ ਨੇ। ਸੋ ਇਸ ਦਾ ਮੇਨ ਰੀਜ਼ਨ ਟੈਕਸ ਹੀ ਹੈ, ਕਿਉਂਕਿ DSLR ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਦੇ ਰੂਲਸ ਦੇ ਵਿੱਚ ਇੱਕ ਲੂ ਫਾਲ ਸੀ ਤੇ ਜਿਹਦਾ ਫਾਇਦਾ ਸੋਨੀ, ਨਿਕੋਨ, ਕੈਨਨ ਸਭ ਨੇ ਉਠਾਇਆ ਤੇ ਜਿਸ ਕਰਕੇ ਇਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਲਗਭਗ 50,000 ਕਰੋੜ ਦਾ ਚੂਨਾ ਲਾ ਦਿੱਤਾ, ਕਿਉਂਕਿ ਰੂਲਸ ਦੇ ਵਿੱਚ ਇਹ ਸੀ ਕਿ ਜੇਕਰ ਕੈਮਰਾ 30 ਮਿੰਟ ਤੋਂ ਉੱਤੇ ਦੀ ਰਿਕਾਰਡਿੰਗ ਕਰਦਾ ਹੈ ਤਾਂ ਉਹ ਫਿਲਮ ਕੈਮਰੇ ਦੇ ਵਿੱਚ ਲਿਆ ਜਾਵੇਗਾ ਤੇ ਜੀਤੇ ਹੈਵੀ ਐਕਸਾਈਜ਼ ਡਿਊਟੀ ਹੈ ਤੇ ਜੇਕਰ ਕੈਮਰਾ 30 ਮਿੰਟ ਤੋਂ ਘੱਟ ਦੀ ਰਿਕਾਰਡਿੰਗ ਕਰਦਾ ਹੈ ਤਾਂ ਉਸ ਤੇ ਐਕਸਾਈਜ਼ ਡਿਊਟੀ ਘੱਟ ਸੀ। ਸੋ ਵੈਸੇ ਤਾਂ ਇਹ ਸਾਰੇ ਕੈਮਰੇ ਕੈਪੇਬਲ ਨੇ 30 ਮਿੰਟ ਤੋਂ ਉੱਤੇ ਦੀ ਰਿਕਾਰਡਿੰਗ ਕਰ ਲਈ, ਪਰ ਇੰਡੀਆ ਦੇ ਵਿੱਚ ਟੈਕਸ ਬਚਾਉਣ ਲਈ ਕੰਪਨੀਆਂ ਨੇ ਇਹਨਾਂ ਦੀ ਰਿਕਾਰਡਿੰਗ ਨੂੰ 29 ਮਿੰਟ ਤੇ ਆਟੋ ਕੱਟ ਕੀਤਾ ਹੈ। ਇਸ ਤੋਂ ਬਾਅਦ ਤੁਹਾਨੂੰ ਦੁਬਾਰਾ ਵੀਡੀਓ ਰਿਕਾਰਡਿੰਗ ਸ਼ੁਰੂ ਕਰਨੀ ਪਵੇਗੀ। ਸੋ ਅੱਗੇ ਗੱਲ ਕਰਦੇ ਹਾਂ, ਹੇਅਰ ਆਇਲ ਦਾ ਨਾਮ ਲੈਂਦੇ ਹੀ ਸਾਡੇ ਦਿਮਾਗ ਵਿੱਚ ਪੈਰਾਸ਼ੂਟ ਦੀ ਨੀਲੀ ਬੋਤਲ ਜ਼ਰੂਰ ਆਉਂਦੀ ਹੈ ਤੇ ਇਹ ਕੋਕੋਨਟ ਆਇਲ ਨੂੰ ਅਸੀਂ ਆਪਣੇ ਘਰਾਂ ਵਿੱਚ ਵਾਲਾਂ ਲਈ ਵਰਤਦੇ ਵੀ ਹਾਂ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਕੋਕੋਨਟ ਆਇਲ ਉੱਤੇ ਕਿਤੇ ਵੀ ਹੇਅਰ ਆਇਲ ਲਿਖਿਆ ਹੀ ਨਹੀਂ ਹੈ, ਬਲਕਿ ਇਸ ਉੱਤੇ ਲਿਖਿਆ ਹੈ ਐਡੀਬਲ ਆਇਲ, ਕਿ ਇਹ ਖਾਣ ਯੋਗ ਹੈ ਤੇ ਸਾਰੀ ਨਿਊਟ੍ਰੀਸ਼ਨ ਇਨਫੋਰਮੇਸ਼ਨ ਵੀ ਦਿੱਤੀ ਗਈ ਹੈ ਜਿਵੇਂ ਖਾਣ ਵਾਲੀਆਂ ਵਸਤਾਂ ਤੇ ਹੁੰਦੀ ਹੈ। ਸੋ ਕਮਾਲ ਦੀ ਗੱਲ ਇਹ ਹੈ ਕਿ ਕੰਪਨੀ ਨੇ ਇਸ ਦਾ ਇੰਪੋਰਟ ਕੀਤਾ ਖਾਣ ਵਾਲੀਆਂ ਵਸਤਾਂ ਦੇ ਵਿੱਚ, ਕਿਉਂਕਿ ਇਹਨਾਂ ਵਸਤਾਂ ਤੇ ਕੋਈ ਐਕਸਾਈਜ਼ ਡਿਊਟੀ ਨਹੀਂ ਹੈ। ਪਰ ਜੇਕਰ ਹੇਅਰ ਆਇਲ ਵਿੱਚ ਕੀਤਾ ਜਾਂਦਾ ਤਾਂ ਇਹ ਆਉਣਾ ਸੀ ਬਿਊਟੀ ਪ੍ਰੋਡਕਟ ਦੇ ਵਿੱਚ ਤੇ ਜਿਸ ਤੇ ਕੰਪਨੀ ਨੂੰ 8% ਐਕਸਾਈਜ਼ ਡਿਊਟੀ ਦੇਣੀ ਪੈਣੀ ਸੀ। ਤੇ ਅੱਗੇ ਗੱਲ ਕਰਦੇ ਹਾਂ ਕਾਰਾਂ ਦੀ ਲੰਬਾਈ ਦੀ। ਅਮੇਜ਼ ਕਾਰ ਦੀ ਲੰਬਾਈ 3.995 ਮੀਟਰ, ਨੈਕਸਨ 3.993 ਮੀਟਰ, ਸਵਿਫਟ ਡਿਜ਼ਾਇਰ 3.995 ਮੀਟਰ। ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਾਰੀਆਂ ਕਾਰਾਂ 4 ਮੀਟਰ ਦਾ ਮਾਰਕ ਕਿਉਂ ਨਹੀਂ ਤੋੜਦੀਆਂ। ਸੋ ਇੱਥੇ ਵੀ ਟੈਕਸ ਰੀਜ਼ਨ ਹੈ, ਕਿਉਂਕਿ ਇੰਡੀਆ ਦੇ ਵਿੱਚ 4 ਮੀਟਰ ਜਾਂ ਉਸ ਤੋਂ ਘੱਟ ਲੰਬਾਈ ਵਾਲੀ ਕਾਰ ਤੇ 12.5% ਐਕਸਾਈਜ਼ ਡਿਊਟੀ ਲੱਗਦੀ ਹੈ, ਪਰ ਜਿਹੜੀ ਕਾਰ 4 ਮੀਟਰ ਤੋਂ ਲੰਬੀ ਹੁੰਦੀ ਹੈ ਉਸ ਉੱਤੇ ਐਕਸਾਈਜ਼ ਡਿਊਟੀ ਲੱਗਦੀ ਹੈ 24 ਤੋਂ 30% ਤੱਕ ਦੀ। ਸੋ ਇਸ ਕਰਕੇ ਹੀ ਬਹੁਤੀਆਂ ਕੰਪਨੀਆਂ ਆਪਣੀਆਂ ਕਾਰਾਂ ਨੂੰ ਪਿੱਛੇ ਤੋਂ ਪਚਕਾ ਕੇ ਜੀ ਬਣਾਉਂਦੀਆਂ ਨੇ। ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਐਂਕਰ, ਹੋਸਟ ਜਾਂ ਇੰਟਰਵਿਊਜ਼ ਲੈਣ ਵਾਲੀ ਜੌਬ ਦੇ ਚਾਹਵਾਨ ਹੋ ਤਾਂ ਨੀਚੇ ਦਿੱਤੇ ਗਏ ਨੰਬਰਾਂ ਤੇ WhatsApp ਰਾਹੀਂ ਆਪਣੀ ਪੂਰੀ ਜਾਣਕਾਰੀ ਦੇ ਸਕਦੇ ਹੋ। ਸੋ ਇੱਥੇ ਤੁਹਾਡੇ ਵਿੱਚ ਕੋਈ ਖਾਸ ਯੋਗਤਾ ਦੀ ਲੋੜ ਨਹੀਂ ਹੈ, ਸਿਰਫ ਤੁਹਾਨੂੰ ਪੰਜਾਬੀ ਦੇ ਵਿੱਚ ਕੌਨਫੀਡੈਂਸ ਨਾਲ ਇੰਟਰਵਿਊਜ਼, ਹੋਸਟਿੰਗ ਤੇ ਐਂਕਰਿੰਗ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ। ਸੋ ਤੁਸੀਂ WhatsApp ਤੇ ਜਾ ਕੇ ਆਪਣਾ ਨਾਮ, ਪਤਾ ਤੇ ਆਪਣੇ ਟੈਲੈਂਟ ਦੀਆਂ ਵੀਡੀਓਜ਼ ਜ਼ਰੂਰ ਜੋੜਿਓ ਤੇ ਨਾਲ ਆਪਣਾ ਕੋਈ ਵੀ ਸੋਸ਼ਲ ਮੀਡੀਆ ਦਾ ਅਕਾਊਂਟ ਵੀ ਜੋੜ ਸਕਦੇ ਹੋ ਜਿਸ ਨਾਲ ਸਾਹਮਣੇ ਵਾਲੇ ਤੇ ਪੂਰੀ ਤਰ੍ਹਾਂ ਪ੍ਰਭਾਵ ਪੈ ਸਕੇ। ਸੋ ਅੱਗੇ ਗੱਲ ਕਰਦੇ ਹਾਂ Amazon ਕੰਪਨੀ ਦੀ। ਸੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ Amazon ਕੰਪਨੀ ਨੇ 2018 ਦੇ ਵਿੱਚ ਜ਼ੀਰੋ ਫੈਡਰਲ ਟੈਕਸ ਦਾ ਭੁਗਤਾਨ ਕੀਤਾ ਸੀ, ਮਤਲਬ ਕਿ ਕੋਈ ਵੀ ਟੈਕਸ ਪੇਮੈਂਟ ਨਹੀਂ ਕੀਤੀ। ਅਰਬਾਂ ਵਿੱਚ ਕਮਾਉਣ ਵਾਲੀ ਕੰਪਨੀ ਨੇ। ਸੋ ਇਹ ਕਿਵੇਂ ਹੋਇਆ, ਇਸ ਬਾਰੇ ਹੀ ਜਾਣਦੇ ਹਾਂ। ਸੋ ਕੰਪਨੀ ਨੇ 2018 ਵਿੱਚ 11 ਬਿਲੀਅਨ ਦੇ ਨੇੜੇ ਤੇੜੇ ਪੈਸੇ ਕਮਾਏ ਸੀ। ਸੋ ਇੰਨੀ ਕਮਾਈ ਤੋਂ ਬਾਅਦ ਵੀ ਕੰਪਨੀ ਨੇ US ਗਵਰਨਮੈਂਟ ਨੂੰ ਕੋਈ ਵੀ ਟੈਕਸ ਪੇ ਨਹੀਂ ਕੀਤਾ, ਉਹ ਵੀ ਲੀਗਲੀ ਤੌਰ ਤੇ। ਸੋ ਇਹਦੇ ਪਿੱਛੇ ਰਾਜ ਹੈ Amazon ਵੀ ਡਿਡਕਸ਼ਨ ਸਕੀਮਾਂ ਦਾ ਫਾਇਦਾ ਉਠਾ ਕੇ ਆਪਣੇ ਟੈਕਸ ਘੱਟ ਕਰਨ ਵਿੱਚ ਲੱਗੀ ਰਹਿੰਦੀ ਹੈ। ਸੋ ਇਹ ਡਿਡਕਸ਼ਨ ਸਕੀਮ ਦਾ ਪਹਿਲਾ ਤਰੀਕਾ ਜੋ Amazon ਕੰਪਨੀ ਨੂੰ ਫਾਇਦਾ ਦਿੰਦਾ ਹੈ ਉਹ ਹੈ ਰਿਸਰਚ ਐਂਡ ਡਿਵੈਲਪਮੈਂਟ। ਸੋ ਜਿੱਥੇ Amazon 7% ਇਸ ਚੀਜ਼ ਤੇ ਖਰਚ ਕਰਦੀ ਹੈ ਤੇ ਇਹ ਫੈਡਰਲ ਗਵਰਨਮੈਂਟ ਦੇ ਨਿਯਮਾਂ ਦੇ ਹਿਸਾਬ ਨਾਲ ਇੱਕ ਡਿਡਕਸ਼ਨ ਸਕੀਮ ਵਿੱਚ ਹੀ ਗਿਣਿਆ ਜਾਂਦਾ ਹੈ। ਤੇ ਵੈਸੇ ਵੀ US ਚਾਹੁੰਦਾ ਕਿ ਉਹਨਾਂ ਦੇ ਦੇਸ਼ ਨੂੰ ਟੈਕਨੋਲੋਜੀ ਸੁਪਰ ਪਾਵਰ ਵਿੱਚ ਗਿਣਿਆ ਜਾਵੇ। ਸੋ ਇਸ ਬੇਸ ਤੇ Amazon ਨੂੰ ਇਨੋਵੇਸ਼ਨ ਦੇ ਤੌਰ ਤੇ ਟੈਕਸ ਡਿਡਕਸ਼ਨ ਮਿਲ ਜਾਂਦਾ ਹੈ। ਤੇ ਅਗਲਾ ਤਰੀਕਾ ਡੈਪਰੀਸ਼ੀਏਸ਼ਨ ਦਾ ਸੀ। ਸੋ ਜੇਕਰ Amazon ਆਪਣਾ ਇੱਕ ਨਵਾਂ ਡੇਟਾ ਸੈਂਟਰ ਬਣਾਉਂਦਾ ਹੈ ਤਾਂ ਉਸ ਨੂੰ ਟੈਕਸ ਦੇ ਵਿੱਚ ਸਾਰੀਆਂ ਛੂਟਾਂ ਮਿਲਣਗੀਆਂ, ਜਦ ਕਿ ਇਸ ਤੋਂ ਉਲਟ ਪੁਰਾਣੇ ਸਮੇਂ ਵਿੱਚ ਇਹਨਾਂ ਨੂੰ ਸਾਰੇ ਟੈਕਸ ਚੁਕਾਉਣੇ ਪੈਂਦੇ ਸੀ। ਸੋ ਜੇਕਰ ਗੱਲ ਕਰੀਏ ਆਪਣੇ ਦੇਸ਼ ਦੀ ਤਾਂ ਇੱਥੇ 1 ਕਰੋੜ 46 ਲੱਖ ਦੇ ਨੇੜੇ ਤੇੜੇ ਲੋਕ ਟੈਕਸ ਭਰਦੇ ਨੇ, ਸੋ ਜਿਹੜੇ 1% ਵੀ ਨਹੀਂ ਬਣਦੇ।
ਸੋ ਇਸ ਦਾ ਮਤਲਬ ਇਹ ਨਹੀਂ ਕਿ ਲੋਕ ਟੈਕਸ ਨਹੀਂ ਭਰ ਰਹੇ, ਇਸ ਦਾ ਮਤਲਬ ਇਹ ਹੈ ਕਿ ਸਾਡੇ ਲੋਕਾਂ ਦੇ ਵਿੱਚ ਗਰੀਬੀ ਹੀ ਇੰਨੀ ਹੈ ਕਿ ਉਹ ਟੈਕਸ ਭਰਨ ਦੀ ਸਲੇਬ ਤੱਕ ਪਹੁੰਚ ਹੀ ਨਹੀਂ ਪਾਉਂਦੇ। ਤੇ ਵੈਸੇ ਜਿਹੜੇ 1% ਟੈਕਸ ਦੇ ਰਹੇ ਨੇ, ਸੋ ਇੱਕ ਤਾਂ ਉਹਨਾਂ ਦੀ ਪਹਿਲਾਂ ਹੀ ਸੰਖਿਆ ਘੱਟ ਹੈ ਤੇ ਉੱਤੋਂ ਉਹਨਾਂ ਤੋਂ ਓਵਰ ਟੈਕਸ ਚਾਰਜ ਕੀਤਾ ਜਾਂਦਾ ਹੈ ਤੇ ਬਦਲੇ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ। ਸੋ ਕੁੱਲ ਮਿਲਾ ਕੇ ਜਿੰਨੇ ਫਾਇਦੇ ਬਾਹਰਲੀਆਂ ਕੰਟਰੀਆਂ ਵਿੱਚ ਟੈਕਸ ਪੇਅਰ ਨੂੰ ਮਿਲਦੇ ਨੇ, ਉਹਨੇ ਇੰਡੀਆ ਦੇ ਵਿੱਚ ਨਹੀਂ ਮਿਲ ਪਾਉਂਦੇ। ਸੋ ਸਭ ਤੋਂ ਵੱਡੀ ਗੱਲ ਕਿ ਉੱਥੋਂ ਦੇ ਟੈਕਸ ਪੇਅਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ, ਹੈਲਥ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੁੰਦੀ। ਇਹਨਾਂ ਚੀਜ਼ਾਂ ਲਈ ਉਸ ਨੂੰ ਸੇਵਿੰਗ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਚੀਜ਼ਾਂ ਉੱਥੋਂ ਦੀ ਗਵਰਨਮੈਂਟ ਦੇਖਦੀ ਹੈ, ਕਿਉਂਕਿ ਇਹ ਉੱਥੋਂ ਦੀ ਗਵਰਨਮੈਂਟ ਦੇ ਵੱਲੋਂ ਹੈਲਥ ਇੰਸ਼ੋਰੈਂਸ ਵਿੱਚ ਪੂਰੀ ਤਰ੍ਹਾਂ ਕਵਰਡ ਹੁੰਦਾ ਹੈ। ਸਿਰਫ ਤੁਹਾਡੀਆਂ ਐਨਕਾਂ ਤੇ ਦੰਦਾਂ ਨੂੰ ਛੱਡ ਕੇ ਤੁਹਾਡੀ ਪੂਰੀ ਬਾਡੀ ਕਵਰ ਹੁੰਦੀ ਹੈ। ਸੋ ਕਹਿਣ ਨੂੰ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਹਸਪੀਟਲ ਨੇ, ਪਰ ਫਿਰ ਵੀ ਲੋਕ ਪ੍ਰਾਈਵੇਟ ਹਸਪੀਟਲਾਂ ਵਿੱਚ ਕਿਉਂ ਜਾਂਦੇ ਨੇ? ਸੋ ਇਹ ਵੀ ਇੱਕ ਸਵਾਲ ਹੈ। ਸੋ ਇਹੀ ਕਾਰਨ ਹੈ ਕਿ ਉਹਨਾਂ ਕੰਟਰੀਆਂ ਦੇ ਲੋਕ ਆਪਣੇ ਆਪ ਨੂੰ ਟੈਕਸ ਪੇਅਰ ਦੱਸ ਕੇ ਮਾਣ ਮਹਿਸੂਸ ਕਰਦੇ ਨੇ। ਤੇ ਅੱਗੇ ਗੱਲ ਕਰਦੇ ਹਾਂ ਕਿ ਦੁਬਈ ਦੇ ਵਿੱਚ ਨਾ ਹੀ ਕੋਈ ਪਰਸਨਲ ਇਨਕਮ ਟੈਕਸ ਹੈ ਤੇ ਨਾ ਹੀ ਕੋਈ ਕਾਰਪੋਰੇਟ ਟੈਕਸ। ਉੱਥੇ ਆਇਲ ਕੰਪਨੀ ਤੇ ਕਾਰਪੋਰੇਟ ਟੈਕਸ ਲੱਗਦਾ ਹੈ ਜੋ ਕਿ 55% ਤੱਕ ਵੀ ਚਲੇ ਜਾਂਦਾ ਹੈ ਤੇ ਬਾਹਰ ਦੇ ਬੈਂਕ ਜੋ ਉੱਥੇ ਕੰਮ ਕਰਦੇ ਨੇ ਉਹਨਾਂ ਤੇ 20% ਤੇ ਇਹਨਾਂ ਤੋਂ ਇਲਾਵਾ ਇੰਟਰਟੇਨਮੈਂਟ ਟੈਕਸ ਜ਼ਿਆਦਾ ਨੇ ਤੇ ਇਸ ਤੋਂ ਬਾਅਦ ਦਾਰੂ ਤੇ ਜ਼ਿਆਦਾ ਟੈਕਸ ਹੈ ਜੇਕਰ ਤੁਸੀਂ ਬਾਹਰਲੀ ਕੰਟਰੀ ਤੋਂ ਇੰਪੋਰਟ ਕਰਦੇ ਹੋ। ਪਰ ਇਹਨਾਂ ਦੀ ਇਹ ਸਾਰੀ ਕਮਾਈ ਤੇਲ ਦੇ ਉੱਤੇ ਨਿਰਭਰ ਹੈ। ਜਦੋਂ ਉਸ ਦੇ ਰੇਟ ਘਟਦੇ ਨੇ ਤਾਂ ਇਹਨਾਂ ਤੇ ਵੀ ਆਰਥਿਕ ਮੰਦੀ ਪੈਂਦੀ ਹੈ। ਸੋ ਇਸ ਕਰਕੇ ਹੀ ਇਹਨਾਂ ਨੇ 2018 ਵਿੱਚ 5% VAT ਇੰਟਰੋਡਿਊਸ ਕੀਤਾ ਸੀ। ਤੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਯੂਰਪ ਦੇ ਇੱਕ ਦੇਸ਼ ਮੋਨੈਕੋ ਦੀ। ਸੋ ਬਹੁਤ ਹੀ ਛੋਟਾ ਜਿਹਾ ਦੇਸ਼ ਹੈ, ਇੱਥੇ ਕੋਈ ਵੀ ਪਰਸਨਲ ਇਨਕਮ ਟੈਕਸ ਨਹੀਂ ਲਿਆ ਜਾਂਦਾ। ਸੋ ਇਸ ਕਰਕੇ ਹੀ ਉੱਥੇ ਬਹੁਤ ਭਾਰੀ ਮਾਤਰਾ 'ਚ ਬਹੁਤ ਜ਼ਿਆਦਾ ਅਮੀਰ ਲੋਕ ਆ ਕੇ ਰੁਕ ਗਏ ਕਿਉਂਕਿ ਉਹਨਾਂ ਦੀ ਆਮਦਨ ਬਹੁਤ ਜ਼ਿਆਦਾ ਸੀ ਤੇ ਉਹ ਟੈਕਸ ਤੋਂ ਬਚਣ ਲਈ ਉੱਥੇ ਚਲੇ ਗਏ, ਜਿਸ ਕਾਰਨ ਉੱਥੋਂ ਦੀ ਪ੍ਰਾਪਰਟੀ ਬਹੁਤ ਹੀ ਜ਼ਿਆਦਾ ਮਹਿੰਗੀ ਹੋ ਗਈ ਤੇ ਉੱਥੋਂ ਦੀਆਂ ਚੀਜ਼ਾਂ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ। ਸੋ ਇੱਥੇ ਗਵਰਨਮੈਂਟ ਨੇ ਵੈਟ ਥੋੜਾ ਹਾਈ ਕੀਤਾ ਹੈ 19% ਤੱਕ ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕਾਂ ਕੋਲ ਪੈਸਾ ਹੀ ਬਹੁਤ ਜ਼ਿਆਦਾ ਹੈ। ਤੇ ਅੱਗੇ ਗੱਲ ਕਰਦੇ ਹਾਂ ਸਚਿਨ ਤੇਂਦੁਲਕਰ ਦੀ। 2011 ਵਿੱਚ ਇੰਡੀਆ ਨੇ ਵਰਲਡ ਕੱਪ ਜਿੱਤਿਆ ਸੀ ਤੇ ਇਸ ਵਿੱਚ ਸਚਿਨ ਵੀ ਸੀ। ਤੇ ਹੁਣ ਤੁਸੀਂ ਸਾਰੇ ਜਣੇ ਸਚਿਨ ਨੂੰ ਕੀ ਮੰਨਦੇ ਹੋ ਕਿ ਉਹ ਕੀ ਹੈ, ਟੀਚਰ, ਐਕਟਰ ਜਾਂ ਕ੍ਰਿਕਟਰ? ਸੋ ਇਹ ਤਾਂ ਬੱਚੇ ਨੂੰ ਵੀ ਪਤਾ ਹੋਵੇਗਾ ਕਿ ਉਹ ਕ੍ਰਿਕਟਰ ਹੈ ਤੇ ਉਹ ਵੀ ਪ੍ਰੋਫੈਸ਼ਨਲ। ਪਰ 2011 ਵਿੱਚ ਹੀ ਸਚਿਨ ਨੇ ਕੋਰਟ ਵਿੱਚ ਕਿਹਾ ਸੀ ਕਿ ਉਹ ਇੱਕ ਪ੍ਰੋਫੈਸ਼ਨਲ ਐਕਟਰ ਹੈ ਨਾ ਕਿ ਕ੍ਰਿਕਟਰ। ਸੋ ਇਸ ਦਾ ਰੀਜ਼ਨ ਤੁਸੀਂ ਸਮਝ ਹੀ ਗਏ ਹੋਵੋਗੇ, ਟੈਕਸ ਬਚਾਉਣਾ। ਸੋ ਸਚਿਨ ਨੂੰ ਇਹੀ ਸਾਲ ਫੋਰਨ ਤੋਂ ਲਗਭਗ 6 ਕਰੋੜ ਦੀ ਇਨਕਮ ਹੋਈ ਸੀ ਤੇ ਜਿਹਦੇ ਵਿੱਚੋਂ ਉਹਨਾਂ ਨੇ 1 ਕਰੋੜ 77 ਲੱਖ ਦਾ ਡਿਡਕਸ਼ਨ ਕਲੇਮ ਕੀਤਾ ਸੈਕਸ਼ਨ 80 RR ਦੇ ਤਹਿਤ, ਜੋ ਕਿ ਸਿਰਫ ਐਕਟਰਾਂ ਨੂੰ ਹੀ ਮਿਲਦਾ ਹੈ। ਤੇ ਹੁਣ ਇਨਕਮ ਟੈਕਸ ਡਿਪਾਰਟਮੈਂਟ ਵੀ ਚੱਕਰ ਵਿੱਚ ਸੀ ਤੇ ਉਹਨਾਂ ਨੇ ਵੀ ਇਹ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਚਿਨ ਕ੍ਰਿਕਟਰ ਨਹੀਂ ਹੈ ਤਾਂ ਫਿਰ ਕੌਣ ਹੈ ਕ੍ਰਿਕਟਰ? ਸੋ ਤੁਸੀਂ ਪ੍ਰੋਫੈਸ਼ਨਲ ਕ੍ਰਿਕਟਰ ਹੋ, ਸਾਰੇ ਮੈਚ ਖੇਡਦੇ ਹੋ ਤੇ ਵਰਲਡ ਕੱਪ ਤੁਸੀਂ ਜਿੱਤ ਚੁੱਕੇ ਹੋ, ਤਾਂ ਇਸ ਤੋਂ ਬਾਅਦ ਫਿਰ ਕ੍ਰਿਕਟਰ ਕੀ ਹੁੰਦਾ? ਤੇ ਮਾਮਲਾ ਫਿਰ ਕੋਰਟ ਤੱਕ ਗਿਆ ਤੇ ਕੋਰਟ ਵਿੱਚ ਵਿਚਾਰ ਕੀਤਾ ਗਿਆ ਕਿ ਇਹ ਪੈਸਾ ਇਸ ਨੂੰ ਐਡਵਰਟਾਈਜ਼ਮੈਂਟ ਕਰਨ ਤੋਂ ਆਇਆ ਤੇ ਐਡਵਰਟਾਈਜ਼ਮੈਂਟ ਕਰਨ ਲਈ ਐਕਟਿੰਗ ਕਰਨੀ ਪੈਂਦੀ ਹੈ। ਸੋ ਇਸ ਕਰਕੇ ਇਹ ਇੱਕ ਪ੍ਰੋਫੈਸ਼ਨਲ ਐਕਟਰ ਹੈ ਤੇ ਕ੍ਰਿਕਟ ਇਸ ਦੀ ਹੌਬੀ ਹੈ। ਸੋ ਕਮਾਲ ਦੀ ਗੱਲ ਹੈ। ਤੇ ਅੱਗੇ ਗੱਲ ਕਰਦੇ ਹਾਂ ਕਿਟਕੈਟ ਦੀ। ਕਿਟਕੈਟ ਨੇ ਕਿਵੇਂ 1999 ਵਿੱਚ ਗਵਰਨਮੈਂਟ ਨੂੰ ਉੱਲੂ ਬਣਾਇਆ ਸੀ। ਉਸ ਸਮੇਂ ਚਾਕਲੇਟ ਤੇ 20% ਟੈਕਸ ਲੱਗਦਾ ਸੀ ਤੇ ਵੇਫਰ ਤੇ ਜੋ ਚਾਕਲੇਟ ਦੇ ਵਿੱਚ ਹੁੰਦਾ ਹੈ ਉਸ ਤੇ 10% ਲੱਗਦਾ ਸੀ। ਤੇ ਜਦੋਂ ਟੈਕਸ ਫਾਈਲ ਕਰਨ ਦਾ ਟਾਈਮ ਆਇਆ ਤਾਂ ਨੈਸਲੇ ਕੰਪਨੀ ਨੇ ਕਹਿ ਦਿੱਤਾ ਕਿ ਕਿਟਕੈਟ ਇੱਕ ਚਾਕਲੇਟ ਨਹੀਂ ਹੈ, ਇਹ ਸਿਰਫ ਇੱਕ ਵੇਫਰ ਹੈ ਜੋ ਕਿ ਚਾਕਲੇਟ ਨਾਲ ਕਵਰ ਹੈ। ਸੋ ਇਸ ਕਰਕੇ ਅਸੀਂ ਹੁਣ ਸਿਰਫ 10% ਹੀ ਟੈਕਸ ਦਵਾਂਗੇ। ਪਰ ਗਵਰਨਮੈਂਟ ਨੇ ਕਿਹਾ ਕਿ ਤੁਹਾਡੇ ਚਾਕਲੇਟ ਵਿੱਚ ਸਿਰਫ ਥੋੜਾ ਜਿਹਾ ਵੇਫਰ ਹੈ, ਤੁਹਾਨੂੰ ਚਾਕਲੇਟ ਦੇ ਹਿਸਾਬ ਨਾਲ ਟੈਕਸ ਦੇਣਾ ਪਵੇਗਾ। ਤੇ ਫਿਰ ਦੇਖਦੇ ਹੀ ਦੇਖਦੇ ਇਹ ਮਾਮਲਾ ਮੁੰਬਈ ਦੇ ਕਸਟਮ ਤੇ ਸੈਂਟਰ ਐਕਸਾਈਜ਼ ਦੇ ਕੋਲ ਪਹੁੰਚ ਗਿਆ ਤੇ ਉੱਥੇ ਫਿਰ ਦੋਹਾਂ ਧਿਰਾਂ ਨੂੰ ਚੰਗੀ ਤਰ੍ਹਾਂ ਸੁਣਿਆ ਗਿਆ ਤੇ ਫਿਰ ਜੱਜ ਨੇ ਫੈਸਲਾ ਲਿਆ ਕਿ ਹਰ ਚਾਕਲੇਟ ਵਿੱਚ ਕੋਕੋ ਹੁੰਦਾ ਹੈ, ਪਰ ਹਰ ਕੋਕੋ ਪ੍ਰੋਡਕਟ ਚਾਕਲੇਟ ਹੋਵੇ ਇਹ ਨਹੀਂ ਹੋ ਸਕਦਾ। ਸੋ ਇਹ ਦਿਮਾਗ ਲਾ ਕੇ ਕਿਟਕੈਟ ਨੇ ਆਪਣੇ ਕਰੋੜਾਂ ਹੀ ਰੁਪਏ ਬਚਾ ਲਏ। ਸੋ ਜਦ ਕਿ ਅਸੀਂ ਅੱਜ ਵੀ ਉਸ ਨੂੰ ਇੱਕ ਚਾਕਲੇਟ ਸਮਝ ਕੇ ਖਾਂਦੇ ਆ। ਸੋ ਇਸ ਦੇ ਨਾਲ ਹੀ ਤੁਹਾਨੂੰ ਲਾਸਟ ਵਿੱਚ ਇੱਕ ਗੱਲ ਦੱਸਦੇ ਆ। ਇੱਕ ਵਾਰ ਅਫਲਾਤੂਨ ਨੇ ਕਿਹਾ ਸੀ ਕਿ ਕਾਨੂੰਨ ਮੱਕੜੀ ਦੇ ਉਸ ਜਾਲੇ ਵਰਗਾ ਹੁੰਦਾ ਹੈ ਜਿਹਦੇ ਵਿੱਚ ਛੋਟੇ-ਮੋਟੇ ਕੀੜੇ ਮਕੌੜੇ ਤਾਂ ਫਸ ਜਾਂਦੇ ਨੇ ਪਰ ਵੱਡੇ ਜਾਨਵਰ ਉਸ ਨੂੰ ਫਾੜ ਕੇ ਨਿਕਲ ਜਾਂਦੇ ਨੇ। ਸੋ ਇਸ ਗੱਲ ਨਾਲ ਤੁਸੀਂ ਕਿੰਨੇ ਕੁ % ਸਹਿਮਤ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਸੋ ਤੁਸੀਂ WhatsApp ਤੇ ਜਾ ਕੇ ਆਪਣਾ ਨਾਮ, ਪਤਾ ਤੇ ਆਪਣੇ ਟੈਲੈਂਟ ਦੀਆਂ ਵੀਡੀਓਜ਼ ਜਰੂਰ ਜੋੜਿਓ ਤੇ ਨਾਲ ਆਪਣਾ ਕੋਈ ਵੀ ਸੋਸ਼ਲ ਮੀਡੀਆ ਦਾ ਅਕਾਊਂਟ ਵੀ ਜੋੜ ਸਕਦੇ ਹੋ। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।